ग्राउंड रियलिटी एक छोटी जी एग्जाम्पल ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਕੱਲ ਇੰਡਸਟਰੀ 'ਚ ਬਹੁਤ ਬੰਦੇ ਦੇ ਮੈਨੂੰ ਫੋਨ ਆਏ ਕਿ ਇਨਵੈਸਟ ਪੰਜਾਬ ਤੋਂ ਇੰਡਸਟਰੀ ਡਿਪਾਰਟਮੈਂਟ ਤੋਂ ਫੋਨ ਆ ਰਹੇ ਨੇ ਕਿ ਇਨਵੈਸਟ ਪੰਜਾਬ ਦੇ ਵਿੱਚ ਅਸੀਂ ਤੁਹਾਡੀਆਂ ਫੋਟੋਆਂ ਲਾਣੀਆਂ ਨੇ, ਤੁਸੀਂ 4-4 ਫੋਟੋਆਂ ਅੰਦਰਲੀਆਂ ਖਿੱਚ ਕੇ ਤੇ ਦੋ ਆਪਣੇ ਗੇਟਾਂ ਦੀਆਂ ਖਿੱਚ ਕੇ ਸਾਨੂੰ ਭੇਜ ਦਿਓ। ਉਹ ਕਹਿੰਦੇ ਨਾ ਤੇ ਅਸੀਂ ਕੋਈ ਇਨਵੈਸਟਮੈਂਟ ਕੀਤੀ ਹੈ, ਨਾ ਅਸੀਂ ਕੋਈ ਅਪਲਾਈ ਕੀਤਾ ਇਨਵੈਸਟ ਪੰਜਾਬ 'ਚ। ਤੇ ਫਿਰ ਜਦੋਂ ਇਹਦੇ ਬਾਰੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਇਹ ਲੱਗਿਆ ਕਿ ਉਹਨਾਂ ਲੋਕਾਂ ਨੇ ਪੋਲਿਊਸ਼ਨ ਦੀਆਂ ਕੰਸੈਂਟਾਂ ਅਪਲਾਈ ਕੀਤੀਆਂ ਸੀ। ਉਹਦੀ ਸੱਚਾਈ ਇਹ ਹੈ ਕਿ 1,15,000 ਕਰੋੜ ਦਾ ਦਾਅਵਾ ਜਿਹੜਾ ਉਹ ਬਾਦਲ ਸਾਹਿਬ ਨੇ ਕੀਤਾ ਸੀ, 99,000 ਕਰੋੜ ਦਾ ਦਾਅਵਾ ਇਹਨਾਂ ਨੇ ਕਰਤਾ। ਔਰ ਸਹੀ ਸੱਚਾਈ ਇਹ ਹੈ ਕਿ ਬਿਜਲੀ ਬੋਰਡ ਦੇ ਜਿਹੜੇ ਕਨੈਕਸ਼ਨ ਨੇ 2012 ਤੋਂ ਲੈ ਕੇ 2020 ਤੱਕ ਦੇ ਜਾਂ 2020-21 ਤੱਕ ਦੇ ਸਿਰਫ 402 ਕਨੈਕਸ਼ਨ ਵਧੇ ਹੈ। ਔਰ ਹਾਲਾਤ ਇਹ ਨੇ ਕਿ ਪਿਛਲੇ ਕੋਵਿਡ ਦੇ ਦੌਰਾਨ ਲਗਭਗ 14,000 ਦੇ ਆਸ-ਪਾਸ 2 ਸਾਲਾਂ ਦੇ ਵਿੱਚ ਇੰਡਸਟਰੀ ਜਿਹੜੀਆਂ ਨੇ ਉਹ ਕਨੈਕਸ਼ਨਸ ਬੰਦ ਹੋ ਗਏ ਨੇ। ਇਹ ਮੇਰਾ ਦਾਅਵਾ ਨਹੀਂ ਹੈ, ਇਹ ਬਿਜਲੀ ਬੋਰਡ ਦਾ ਔਨ ਰਿਕਾਰਡ ਐਨੂਅਲ ਰੈਵਨਿਊ ਰਿਪੋਰਟ ਬੋਲ ਰਹੀ ਹੈ। ਇਹਦੇ 'ਚ ਪੰਜਾਬ ਜਿਹੜਾ 2016 'ਚ 7ਵੀਂ ਰੈਂਕਿੰਗ ਸੀ ਇੰਡੀਆ ਦੇ ਵਿੱਚ, ਔਰ 2019-20 ਦੇ ਵਿੱਚ ਉਹਦੀ ਰੈਂਕਿੰਗ ਜਿਹੜੀ ਉਹ 18ਵੀਂ ਹੋ ਗਈ। ਹੁਣ ਸਿਰਫ ਨਾਰਥ ਈਸਟ ਸਟੇਟ, ਉੜੀਸਾ, ਜੰਮੂ ਕਸ਼ਮੀਰ, ਇਹ 3-4 ਸਟੇਟਾਂ ਪੰਜਾਬ ਤੋਂ ਪਿੱਛੇ ਰਹਿ ਗਈਆਂ, ਬਾਕੀ ਸਭ ਸਟੇਟਾਂ ਪੰਜਾਬ ਤੋਂ ਅੱਗੇ ਹੋ ਚੁੱਕੀਆਂ। ਕਿ ਹਰਿਆਣਾ ਜਿਹੜਾ ਪੰਜਾਬ ਦਾ ਰੈਵਨਿਊ ਵੈਟ ਦਾ 2011 ਦੇ ਵਿੱਚ 12,800 ਕਰੋੜ ਸੀ ਤੇ ਹਰਿਆਣਾ ਦਾ ਰੈਵਨਿਊ 11,080 ਕਰੋੜ ਸੀ। ਅੱਜ ਹਰਿਆਣਾ ਦਾ ਰੈਵਨਿਊ 60,000 ਕਰੋੜ ਹੋ ਚੁੱਕਿਆ ਤੇ ਪੰਜਾਬ ਦਾ ਰੈਵਨਿਊ 16,000 ਕਰੋੜ ਹੈ। ਫੇਕ ਡਾਟਾ ਪੇਸ਼ ਕਰਕੇ ਦੇਖੋ ਲੋਕਾਂ ਦੀ ਮਜਬੂਰੀ ਹੈ। ਅੱਜ ਇਨਵੈਸਟ ਪੰਜਾਬ ਦੀਆਂ ਐਪਲੀਕੇਸ਼ਨਾਂ ਮੈਂ ਚੈਲੰਜ ਕਰਦਾ ਕਿ ਜੇ 100 ਤੋਂ ਵੱਧ ਪੰਜਾਬ ਦੇ ਵਿੱਚ ਅਪਰੂਵ ਹੋਈਆਂ ਹੋਣ ਜਾਂ ਉਹਨਾਂ ਨੂੰ ਕੋਈ ਫਿਸਕਲ ਇਨਸੈਂਟਿਵ ਮਿਲਿਆ ਹੋਵੇ, ਕਿਸੇ ਸ਼ਹਿਰ ਦੇ ਵਿੱਚ 2 ਐਪਲੀਕੇਸ਼ਨਾਂ ਐਕਸੈਪਟ ਹੋਈਆਂ, ਕਿਸੇ ਸ਼ਹਿਰ ਦੇ ਵਿੱਚ 5 ਐਪਲੀਕੇਸ਼ਨਾਂ ਐਕਸੈਪਟ ਹੋਈਆਂ, ਤੇ ਤੁਸੀਂ ਇਹ ਦਾਅਵੇ ਕਰੀ ਜਾਂਦੇ ਹੋ ਕਿ 99,000 ਕਰੋੜ ਦੀਆਂ ਪ੍ਰਪੋਜ਼ਲਸ ਔਨ ਗਰਾਊਂਡ ਆ ਗਈਆਂ। ਇਹ ਆਲ ਫੇਕ ਹੈ। ਗੱਲ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਮੋਸਟ ਕਨਫਿਊਜ਼ਡ ਗਵਰਨਮੈਂਟ ਅੱਜ ਤੱਕ ਦੀ ਆਈ ਹੈ। ਕਦੇ ਇਹ ਕਹਿ ਦਿੰਦੇ ਆ ਅਸੀਂ ਬਿਜਲੀ ਬਣਾਉਣੀ ਬੰਦ ਕਰ ਦਿੰਦੇ ਹਾਂ, ਕਦੇ ਆਪਣੇ ਥਰਮਲਸ ਬੰਦ ਕਰ ਦਿੰਦੇ ਨੇ, ਕਦੇ ਇਹ ਕਹਿ ਦਿੰਦੇ ਆ ਕਿ ਅਸੀਂ ਐਗਰੀਮੈਂਟ ਕੈਂਸਲ ਕਰ ਦਿੰਦੇ ਨੇ। 5 ਰੁਪਏ ਬਿਜਲੀ ਦਾ ਦਾਅਵਾ ਕਰਕੇ ਇਹ ਸਰਕਾਰ ਆਈ ਸੀ। ਅੱਜ ਇੰਡਸਟਰੀ ਦੀ ਸੱਚਾਈ ਇਹ ਹੈ ਕਿ 7 ਰੁਪਏ ਤੋਂ ਲੈ ਕੇ 20 ਰੁਪਏ ਯੂਨਿਟ ਤੱਕ ਇੰਡਸਟਰੀ ਬਿਜਲੀ ਦੇ ਪੈਸੇ ਭਰ ਰਹੀ ਹੈ। ਹਾਲਾਤ ਨੇ ਕਿਉਂਕਿ ਕਾਰਨ ਕੀ ਹੈ? ਕੋਲੇ ਦੀ ਦਿੱਕਤ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਗਵਰਨਮੈਂਟ ਨੇ ਬਿਜਲੀ ਬੋਰਡ ਨੂੰ ਕੰਗਾਲ ਕਰਕੇ ਰੱਖ ਦਿੱਤਾ, ਚਾਹੇ ਪਹਿਲਾਂ ਦੀਆਂ ਸਰਕਾਰਾਂ ਸੀ ਚਾਹੇ ਹੁਣ ਦੀਆਂ ਸਰਕਾਰਾਂ ਨੇ। ਅੱਜ 7-7, 8-8 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਤੁਸੀਂ ਜੇ ਉਹਨਾਂ ਨੂੰ ਦਿਓਗੇ ਨਹੀਂ ਤਾਂ ਉਹ ਕੋਲਾ ਖਰੀਦਣ ਨੂੰ ਪੈਸੇ ਕਿੱਥੋਂ ਆਉਣਗੇ? ਸੰਦੀਪ ਜੀ ਕਿ ਜਿਹੜਾ ਸਬਸਿਡੀਜ਼ ਹੈ ਅੱਜ ਪੰਜਾਬ ਦੇ ਵਿੱਚ 99.5% ਜਿਹੜੀਆਂ ਮਾਈਕਰੋ ਤੇ ਸਮਾਲ ਇੰਡਸਟਰੀਜ਼ ਨੇ, ਸਿਰਫ 0.5% ਲਾਰਜ ਇੰਡਸਟਰੀਜ਼ ਨੇ। ਔਰ 99% ਜਾਂ 98% ਸਬਸਿਡੀ ਜਿਹੜੀ ਹੈ ਉਹ 0.5% ਵਾਲੇ ਲੋਕਾਂ ਨੂੰ ਹੀ ਦਿੱਤੀ ਜਾ ਰਹੀ ਹੈ। ਜਿਹੜੇ ਬਾਕੀ ਦੇ, ਜੇ ਤੁਸੀਂ ਬਿਜਲੀ ਸਬਸਿਡੀ ਦਾ ਇੱਕ ਡਾਟਾ ਕੱਢੋ ਕਿ ਕਿਸ ਵਰਗ ਨੂੰ ਕਿੰਨੀ ਮਿਲਦੀ ਹੈ, ਤਾਂ ਜਿਹੜੇ ਸਮਾਲ ਸਕੇਲ ਵਾਲੇ ਨੇ ਉਹਨਾਂ ਨੂੰ 13,500 ਕੁਛ ਰੁਪਏ ਸਬਸਿਡੀ ਜਿਹੜੀ ਉਹ ਸਾਲਾਨਾ ਮਿਲਦੀ ਹੈ। ਜਿਹੜੇ ਬੜੇ ਘਰ ਨੇ ਉਹਨੂੰ 19,23,000 ਰੁਪਏ ਪਰ ਘਰ ਨੂੰ ਸਬਸਿਡੀ ਸਾਲਾਨਾ ਮਿਲਦੀ ਪਈ। ਦੇਖੋ ਕਾਰਨ ਇਹ ਹੈ ਸੰਦੀਪ ਜੀ, ਘਰ ਤੋਂ ਬਾਹਰ ਹੋ ਜਾਏਗਾ ਜਿਹਨੂੰ ਘਰ 'ਚ ਫੈਸਿਲਿਟੀਆਂ ਨਹੀਂ ਮਿਲਦੀ। ਇਹ ਤਾਂ ਆਪਣੇ ਆਪ ਨੂੰ ਕਹਾਣ ਦੀ ਗੱਲ ਹੈ। ਕਈ ਲੋਕਾਂ ਨੂੰ ਆਦਤ ਪੈ ਗਈ ਸਰਕਾਰ ਦੇ ਛੱਟੇ ਮਾਰਨ ਦੀ, ਕਈਆਂ ਨੂੰ ਚੇਅਰਮੈਨੀਆਂ ਦਾ ਲਾਲਚ ਹੈ, ਕਈਆਂ ਨੂੰ ਕੋਈ ਮੈਨੇਜਮੈਂਟ ਦੇ ਵਿੱਚ ਕੋਈ ਪੋਸਟਾਂ ਲੈਣ ਦਾ ਲਾਲਚ ਹੈ। ਸਾਨੂੰ ਨਾ ਕੋਈ ਚੇਅਰਮੈਨੀਆਂ ਦਾ ਲਾਲਚ ਹੈ, ਨਾ ਸਾਨੂੰ ਸੱਚ ਬੋਲਣਾ ਆਉਂਦਾ, ਤੇ ਉਹ ਸੱਚ ਕੜਵਾ। ਸੱਚ ਦੀ ਸੱਚਾਈ ਇਹ ਹੈ ਕਿ ਸਿਰਫ 1 ਜਾਂ 2% ਲੋਕਾਂ ਨੂੰ ਜਿਹੜਾ ਉਹ ਕੋਈ ਫਾਇਦਾ ਹੋ ਰਿਹਾ, ਕਿਸੇ ਸੈਕਟਰ ਦੇ ਵਿੱਚ ਫਾਇਦਾ ਹੋ ਰਿਹਾ। ਅਦਰਵਾਈਜ਼ ਜਿਹੜੀ 99% ਇੰਡਸਟਰੀ ਹੈ ਉਹ ਪੰਜਾਬ ਦੇ ਵਿੱਚ ਸਫਰ ਕਰ ਰਹੀ ਹੈ। ਕੋਰਟ ਤੇ ਦੇਖੋ ਸਾਹਮਣੇ ਆ ਗਿਆ। ਕੱਲ ਸਾਨੂੰ 10 ਫੈਕਟਰੀਆਂ ਤੋਂ ਫੋਨ ਆਏ ਕਿ ਭਾਈ ਸਾਹਿਬ ਸਾਨੂੰ ਇਹ ਕਿਹਾ ਗਿਆ ਕਿ ਇਨਵੈਸਟ ਪੰਜਾਬ 'ਚ ਤੁਹਾਡੀਆਂ ਫੋਟੋਆਂ ਲਾਣੀਆਂ, ਇਮੀਡੀਏਟਲੀ 6-6 ਫੋਟੋਆਂ ਭੇਜੋ ਉੱਥੇ। ਔਰ ਝੂਠ ਤੇ ਸਾਹਮਣੇ ਆ ਹੀ ਗਿਆ। ਜੇ ਇਹਨਾਂ ਦੀ ਸੱਚਾਈ ਹੁੰਦੀ ਅੱਜ ਦਿਖਾਉਂਦੇ ਕਿ ਅਸੀਂ ਇਹ 500 ਫੈਕਟਰੀ ਨਵੀਂ ਲਗਾਈ ਹੈ, 1000 ਫੈਕਟਰੀ ਨਵੀਂ ਲਗਾਈ ਹੈ। ਜੇ ਚੱਲਦੀਆਂ ਫੈਕਟਰੀਆਂ ਜਿਹੜੀਆਂ 50-50 ਸਾਲ ਤੋਂ ਚੱਲ ਰਹੀਆਂ ਤੇ ਉਹਨਾਂ ਨੇ ਕੋਈ ਐਕਸਪੈਂਸ਼ਨ ਨਹੀਂ ਕੀਤੀ, ਜੇ ਉਹਨਾਂ ਦੀਆਂ ਫੋਟੋਆਂ ਖਿਚਵਾ ਕੇ ਮੰਗਵਾ ਰਹੇ ਨੇ, ਤਾਂ ਇਸ ਤੋਂ ਬਦਹਾਲੀ ਇਹ ਸਟੇਟ ਦੀ ਕੋਈ ਨਹੀਂ ਹੋ ਸਕਦੀ। ਦੇਖੋ इतिहास तो इन्होंने रच दिता जी।
ਝੂਠ ਦਾ ਇਤਿਹਾਸ ਰਚਿਆ ਗਿਆ। 5 ਰੁਪਏ ਬਿਜਲੀ ਦੇ ਝੂਠ ਦਾ ਇਤਿਹਾਸ ਰਚਿਆ ਗਿਆ। ਆਂਦੇ ਹੀ 2 ਪਾਰਟ ਟੈਰਿਫ ਕਰ ਦਿੱਤਾ ਤਾਂ ਕਿ 5 ਰੁਪਏ ਬਿਜਲੀ ਵਾਲਾ ਜਿਹੜਾ ਸ਼ਗੂਫਾ ਉਹਨੂੰ ਉਹਦੇ ਉੱਪਰ ਕਿਸ ਤਰ੍ਹਾਂ ਕਾਲਾ ਕੱਪੜਾ ਪਾਇਆ ਜਾਵੇ। ਉਸ ਤੋਂ ਇਲਾਵਾ ਜਿਹੜਾ ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ ਕਿ 1.5 2 ਲੱਖ ਕੇਸ ਸਕੂਟਰੀ 'ਚ ਲੱਗਣੇ, ਇਹਨਾਂ ਦੀ ਸਰਕਾਰ 'ਚ ਉਹ ਵੀ ਲੱਗ ਗਏ। ਅੱਜ ਇੱਕ CM ਦਾ ਫਰਜ਼ ਹੈ ਕਿ ਉਹ ਐਡਮਿਨਿਸਟ੍ਰੇਸ਼ਨ ਦੇਖੇ। ਇਹ ਜਿਹੜੇ ਸੜਕਾਂ ਦੇ ਉੱਪਰ ਫੋਟੋਆਂ ਖਿਚਾਉਣੀਆਂ, ਘਰਾਂ 'ਚ ਜਾ ਕੇ ਫੋਟੋਆਂ ਖਿਚਾਉਣੀਆਂ, ਇਹ CM ਦਾ ਕੰਮ ਨਹੀਂ। CM ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਦੇ 3.25 ਕਰੋੜ 3 ਕਰੋੜ 30 ਲੱਖ ਲੋਕਾਂ ਦੀ ਜ਼ਿੰਦਗੀ ਹੈ। ਉਹ ਇਹ ਨਹੀਂ ਕਿ ਆਪਾਂ ਕਿਸੇ ਪਿੰਡ ਦੇ ਵਿੱਚ ਜਾ ਕੇ ਕੋਈ ਕ੍ਰੈਡਿਟ ਲੈ ਲਈਏ, ਜਾਂ ਉਹਨੂੰ ਚਾਹੀਦਾ ਕਿ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਇਕੱਲੇ ਹਲਕੇ ਨੂੰ ਦੇਖੇ ਕਿ ਕਿੱਥੇ ਡਿਵੈਲਪਮੈਂਟ ਹੋ ਰਹੀ ਹੈ, ਕਿੱਥੇ ਨੁਕਸਾਨ ਹੋ ਰਿਹਾ, ਕਿੱਥੇ ਫਾਇਦਾ ਹੋ ਰਿਹਾ। जनहितैषी TRP नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸ਼ਰਮਾ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਤੇ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਉਹ ਹੈ ਇਨਵੈਸਟ ਪੰਜਾਬ। ਜੀ ਹਾਂ, ਜਿੱਥੇ ਕਿ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਟਾਈਮ ਪੂਰੇ ਸ਼ਹਿਰ ਦੇ ਵਿੱਚ ਨਵੇਂ ਮੁੱਖ ਮੰਤਰੀ CM ਚੰਨੀ ਵੱਲੋਂ ਉਹਨਾਂ ਦੀ ਫੋਟੋ ਦੇ ਨਾਲ ਬੋਰਡ ਲੱਗੇ ਹੋਏ ਹੈ ਜਿਹੜੇ ਇਨਵੈਸਟ ਪੰਜਾਬ ਦੇ, ਔਰ ਲੋਕਾਂ ਦੇ ਵਿੱਚ ਇਨਵੈਸਟ ਪੰਜਾਬ ਦੀ ਉਹਦੇ ਵਿੱਚ ਆਪਣੀਆਂ ਉਪਲਬਧੀਆਂ ਦੱਸੀਆਂ ਜਾ ਰਹੀਆਂ। ਉੱਥੇ ਗੱਲਬਾਤ ਕਰੀਏ ਤਾਂ ਵੀਰਵਾਰ ਦੇ ਦਿਨ ਮਨਪ੍ਰੀਤ ਬਾਦਲ ਜਿਹੜੇ ਕਿ ਸਾਡੇ ਫਾਈਨਾਂਸ ਮਿਨਿਸਟਰ ਹੈਗੇ ਆ ਪੰਜਾਬ ਦੇ, ਉਹਨਾਂ ਨੇ ਇੰਡਸਟਰੀ ਨਾਲ, ਲੁਧਿਆਣਾ ਦੀ ਇੰਡਸਟਰੀ ਨਾਲ ਮੁਲਾਕਾਤ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਲਗਭਗ ਕੋਵਿਡ ਦੇ ਦੌਰਾਨ ਹੀ 99,000 ਕਰੋੜ ਦੀ ਨਵੀਂ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਉਣ ਦੇ ਦਾਅਵੇ ਕੀਤੇ। ਪਰ ਜਦੋਂ ਉਹਨਾਂ ਦੇ ਇਹ ਬਿਆਨ, ਜਦੋਂ ਉਹਨਾਂ ਦੇ ਵੱਲੋਂ ਦਿੱਤੀ ਇਹ ਜਾਣਕਾਰੀ ਆਮ ਜਨਤਾ ਤੱਕ ਪਹੁੰਚੀ, ਆਮ ਇੰਡਸਟਰੀਅਲਿਸਟ ਤੱਕ ਪਹੁੰਚੀ, ਤਾਂ ਉਹਨਾਂ ਨੇ ਇਸ ਬਾਰੇ ਦੇ ਵਿੱਚ ਕੁਝ ਹੋਰ ਹੀ ਖੁਲਾਸਾ ਕੀਤਾ। ਸੋ ਇਹ ਸਾਰੇ ਮਾਮਲੇ ਦੇ ਵਿੱਚ ਕੀ ਹੈ ਜ਼ਮੀਨੀ ਹਕੀਕਤ, ਗੱਲਬਾਤ ਕਰਦੇ ਹਾਂ ਅਸੀਂ ਬਦੀਸ਼ ਜਿੰਦਲ ਜੀ ਨਾਲ ਜਿਹੜੇ ਕਿ ਫੋਪਸੀਆ ਦੇ ਪ੍ਰੈਜ਼ੀਡੈਂਟ ਹੈਗੇ ਹੈ, ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੀ ਲਗਭਗ 1 ਦਰਜਨ ਐਸੋਸੀਏਸ਼ਨਸ ਦੇ ਇਹ ਲੀਡ ਕਰਦੇ ਆ। ਸੋ ਜਾਣਦੇ ਹਾਂ ਕੀ ਹੈ ਜ਼ਮੀਨੀ ਹਕੀਕਤ। ਸਰ ਨਮਸਕਾਰ ਜੀ। ਥੈਂਕ ਯੂ ਸੰਦੀਪ ਜੀ। ਪੋਜੀਸ਼ਨ ਇਹ ਹੈ ਕਿ ਜੋ ਵੀ ਇਹ ਦਾਅਵੇ ਕੀਤੇ ਜਾ ਰਹੇ ਨੇ, ਗਰਾਊਂਡ ਰਿਐਲਿਟੀ ਇੱਕ ਛੋਟੀ ਜਿਹੀ ਐਗਜ਼ਾਮਪਲ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਕੱਲ੍ਹ ਇੰਡਸਟਰੀ 'ਚ ਬਹੁਤ ਬੰਦੇ ਦੇ ਮੈਨੂੰ ਫੋਨ ਆਏ ਕਿ ਇਨਵੈਸਟ ਪੰਜਾਬ ਤੋਂ, ਇੰਡਸਟਰੀ ਡਿਪਾਰਟਮੈਂਟ ਤੋਂ ਫੋਨ ਆ ਰਹੇ ਨੇ ਕਿ ਇਨਵੈਸਟ ਪੰਜਾਬ ਦੇ ਵਿੱਚ ਅਸੀਂ ਤੁਹਾਡੀਆਂ ਫੋਟੋਆਂ ਲਾਣੀਆਂ ਨੇ, ਤੁਸੀਂ 4 ਫੋਟੋਆਂ ਅੰਦਰਲੀਆਂ ਖਿੱਚ ਕੇ ਤੇ 2 ਆਪਣੇ ਗੇਟਾਂ ਦੀਆਂ ਖਿੱਚ ਕੇ ਸਾਨੂੰ ਭੇਜ ਦਿਓ। ਉਹ ਕਹਿੰਦੇ ਨਾ ਤਾਂ ਅਸੀਂ ਕੋਈ ਇਨਵੈਸਟਮੈਂਟ ਕੀਤੀ ਹੈ, ਨਾ ਅਸੀਂ ਕੋਈ ਅਪਲਾਈ ਕੀਤਾ ਇਨਵੈਸਟ ਪੰਜਾਬ 'ਚ। ਅਤੇ ਫਿਰ ਜਦੋਂ ਇਹਦੇ ਬਾਰੇ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਇਹ ਲੱਗਿਆ ਕਿ ਉਹਨਾਂ ਲੋਕਾਂ ਨੇ ਪੋਲਿਊਸ਼ਨ ਦੀਆਂ ਕੰਸੈਂਟਾਂ ਅਪਲਾਈ ਕੀਤੀਆਂ ਸੀ। ਹਾਲਾਤ ਇਹ ਹੈ ਕਿ ਇਹਨਾਂ ਨੇ ਇੱਕ ਪੋਰਟਲ ਬਣਾ ਰੱਖਿਆ ਇਨਵੈਸਟ ਪੰਜਾਬ ਦਾ, ਤੁਸੀਂ ਕੋਈ ਵੀ NOC ਲੈਣੀ ਹੈ, ਕੋਈ ਵੀ ਕੰਸੈਂਟ ਲੈਣੀ ਹੈ ਤਾਂ ਉਸ ਪੋਰਟਲ ਦੇ ਉੱਪਰ ਜਾ ਕੇ ਤੁਹਾਨੂੰ ਅਪਲਾਈ ਕਰਨਾ ਪੈਂਦਾ। ਉਹ ਜਦੋਂ ਤੁਸੀਂ ਅਪਲਾਈ ਕਰਦੇ ਹੋ ਉਹਦੇ 'ਚ ਤੁਹਾਡੀ ਇਨਵੈਸਟਮੈਂਟ ਵੀ ਆ ਜਾਂਦੀ ਹੈ ਕਿ ਕਿੰਨੀ ਤੁਹਾਡੀ ਇਨਵੈਸਟਮੈਂਟ ਹੈਗੀ ਹੈ, ਕਿਉਂਕਿ ਇੱਕ ਨੋਰਮ ਹੈ ਕਿ ਜਦੋਂ ਵੀ ਪੋਲਿਊਸ਼ਨ ਦਾ ਤੁਸੀਂ ਕੋਈ ਅਪਲਾਈ ਕਰਨਾ ਤਾਂ ਉੱਥੇ ਤੁਹਾਨੂੰ ਆਪਣੀ ਇਨਵੈਸਟਮੈਂਟ ਲਿਖਣੀ ਪੈਂਦੀ ਹੈ ਕਿ ਤੁਹਾਡੀ ਬੇਸਿਕ ਇਨਵੈਸਟਮੈਂਟ ਕਿੰਨੀ ਹੋਈ ਹੈ। ਅਤੇ ਇਹ ਉਹ ਸਾਰੀ ਇਨਵੈਸਟਮੈਂਟ ਨੂੰ ਜਿਹੜੀ ਉਹਦੇ 'ਚ ਜੋੜੀ ਜਾ ਰਹੀ ਹੈ। ਜਿਹੜੀ 99,000 ਕਰੋੜ ਦੀ ਇਹਨਾਂ ਦਾ ਦਾਅਵਾ ਹੈ, ਉਹਦੀ ਸੱਚਾਈ ਇਹ ਹੈ ਕਿ 1,15,000 ਕਰੋੜ ਦਾ ਦਾਅਵਾ ਜਿਹੜਾ ਉਹ ਬਾਦਲ ਸਾਹਿਬ ਨੇ ਕੀਤਾ ਸੀ, 99,000 ਕਰੋੜ ਦਾ ਦਾਅਵਾ ਇਹਨਾਂ ਨੇ ਕਰਤਾ। ਔਰ ਸਹੀ ਸੱਚਾਈ ਇਹ ਹੈ ਕਿ ਬਿਜਲੀ ਬੋਰਡ ਦੇ ਜਿਹੜੇ ਕਨੈਕਸ਼ਨ ਨੇ 2012 ਤੋਂ ਲੈ ਕੇ 2020 ਤੱਕ ਦੇ ਜਾਂ 2020-21 ਤੱਕ ਦੇ ਸਿਰਫ 402 ਕਨੈਕਸ਼ਨ ਵਧੇ। ਔਰ ਹਾਲਾਤ ਇਹ ਨੇ ਕਿ ਪਿਛਲੇ ਕੋਵਿਡ ਦੇ ਦੌਰਾਨ ਲਗਭਗ 14,000 ਦੇ ਆਸ-ਪਾਸ 2 ਸਾਲਾਂ ਦੇ ਵਿੱਚ ਇੰਡਸਟਰੀ ਜਿਹੜੀਆਂ ਨੇ ਉਹ ਕਨੈਕਸ਼ਨਸ ਬੰਦ ਹੋ ਗਏ ਨੇ। ਇਹ ਮੇਰਾ ਦਾਅਵਾ ਨਹੀਂ ਹੈ, ਇਹ ਬਿਜਲੀ ਬੋਰਡ ਦਾ ਔਨ ਰਿਕਾਰਡ ਐਨੂਅਲ ਰੈਵਨਿਊ ਰਿਪੋਰਟ ਬੋਲ ਰਹੀ ਹੈ। ਇਸ ਕਰਕੇ ਇਹਨਾਂ ਜਿਹੜੀਆਂ ਇਹ ਦਾਅਵੇ ਨੇ ਇਹਨਾਂ 'ਚ ਕੋਈ ਸੱਚਾਈ ਨਹੀਂ। ਇੱਕ ਚੀਜ਼ ਹੋਰ ਦੱਸ ਦੇਵਾਂ, ਇੱਕ ਟਰਾਂਸਕੋਮ ਹੈ ਜਿਹੜੀ ਕਿ ਸਿੱਬਲ ਦੀ ਕੰਪਨੀ ਹੈ, ਨਾਲ ਸਿਡਬੀ, ਇਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਉਹ ਰਿਪੋਰਟ ਹੈ ਜੀ ਓਵਰਆਲ ਕ੍ਰੈਡਿਟ ਲੈਂਡਿੰਗ ਓਪਰਚੁਨਿਟੀਜ਼ ਐਂਡ ਰਿਸਕ ਮੈਨੇਜਮੈਂਟ। ਇਹਦੇ 'ਚ ਪੰਜਾਬ ਜਿਹੜਾ 2016 'ਚ 7ਵੀਂ ਰੈਂਕਿੰਗ ਸੀ ਇੰਡੀਆ ਦੇ ਵਿੱਚ, ਔਰ 2019-20 ਦੇ ਵਿੱਚ ਉਹਦੀ ਰੈਂਕਿੰਗ ਜਿਹੜੀ ਉਹ 18ਵੀਂ ਹੋ ਗਈ। ਹੁਣ ਸਿਰਫ ਨਾਰਥ ਈਸਟ ਸਟੇਟ, ਉੜੀਸਾ, ਜੰਮੂ ਕਸ਼ਮੀਰ, ਇਹ 3-4 ਸਟੇਟਾਂ ਪੰਜਾਬ ਤੋਂ ਪਿੱਛੇ ਰਹਿ ਗਈਆਂ, ਬਾਕੀ ਸਭ ਸਟੇਟਾਂ ਪੰਜਾਬ ਤੋਂ ਅੱਗੇ ਹੋ ਚੁੱਕੀਆਂ। ਔਰ ਜਿੱਥੋਂ ਤੱਕ ਇਹ ਕਹਿ ਰਹੇ ਨੇ ਰੈਵਨਿਊ ਦਾ ਇਹ ਸਵਾਲ ਹੈ ਕਿ ਹਰਿਆਣਾ ਜਿਹੜਾ ਪੰਜਾਬ ਦਾ ਰੈਵਨਿਊ ਵੈਟ ਦਾ 2011 ਦੇ ਵਿੱਚ 12,800 ਕਰੋੜ ਸੀ ਅਤੇ ਹਰਿਆਣਾ ਦਾ ਰੈਵਨਿਊ 11,080 ਕਰੋੜ ਸੀ। ਅੱਜ ਹਰਿਆਣਾ ਦਾ ਰੈਵਨਿਊ 60,000 ਕਰੋੜ ਹੋ ਚੁੱਕਿਆ ਅਤੇ ਪੰਜਾਬ ਦਾ ਰੈਵਨਿਊ 16,000 ਕਰੋੜ ਹੈ। ਪੋਜੀਸ਼ਨ ਇਹ ਹੈ ਕਿ ਇੰਡਸਟਰੀ ਚੱਲਣਗੀਆਂ ਤਾਂ ਰੈਵਨਿਊ ਆਏਗਾ, ਇੰਡਸਟਰੀ ਚੱਲਣਗੀਆਂ ਤਾਂ ਬਿਜਲੀ ਦੀ ਕੰਜ਼ੰਪਸ਼ਨ ਵਧੇਗੀ, ਕਨੈਕਸ਼ਨ ਵਧੇਗੀ। ਇਹ ਜਿਹੜਾ ਇੱਕ ਫੇਕ ਡਾਟਾ ਪੇਸ਼ ਕਰਕੇ ਦੇਖੋ, ਲੋਕਾਂ ਦੀ ਮਜਬੂਰੀ ਹੈ।
ਅੱਜ ਇਨਵੈਸਟ ਪੰਜਾਬ ਦੀਆਂ ਐਪਲੀਕੇਸ਼ਨਾਂ ਮੈਂ ਚੈਲੰਜ ਕਰਦਾ ਕਿ ਜੇ 100 ਤੋਂ ਵੱਧ ਪੰਜਾਬ ਦੇ ਵਿੱਚ ਅਪਰੂਵ ਹੋਈਆਂ ਹੋਣ ਜਾਂ ਉਹਨਾਂ ਨੂੰ ਕੋਈ ਫਿਸਕਲ ਇਨਸੈਂਟਿਵ ਮਿਲਿਆ ਹੋਵੇ, ਕਿਸੇ ਸ਼ਹਿਰ ਦੇ ਵਿੱਚ 2 ਐਪਲੀਕੇਸ਼ਨਾਂ ਐਕਸੈਪਟ ਹੋਈਆਂ, ਕਿਸੇ ਸ਼ਹਿਰ ਦੇ ਵਿੱਚ 5 ਐਪਲੀਕੇਸ਼ਨਾਂ ਐਕਸੈਪਟ ਹੋਈਆਂ, ਤੇ ਤੁਸੀਂ ਇਹ ਦਾਅਵੇ ਕਰੀ ਜਾਂਦੇ ਹੋ ਕਿ 99,000 ਕਰੋੜ ਦੀਆਂ ਪ੍ਰਪੋਜ਼ਲਸ ਔਨ ਗਰਾਊਂਡ ਆ ਗਈਆਂ। ਇਹ ਆਲ ਫੇਕ ਹੈ। ਸਿਰਫ ਕੁਝ ਸਟੀਲ ਇੰਡਸਟਰੀ 'ਚੋਂ ਕੁਝ ਇੰਟਰਸਟ ਆ ਰਹੇ ਨੇ, ਉਹ ਇਸ ਕਰਕੇ ਆ ਰਹੇ ਨੇ ਕਿ 13% ਬਿਜਲੀ ਦੀ ਮਾਫੀ ਹੈ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ 3-3 4-4 ਕਰੋੜ ਦੇ ਬਿੱਲ ਹੁੰਦੇ ਨੇ, ਚਲੋ 13% 'ਚ ਬਿਜਲੀ ਦੀ ਮਾਫੀ ਮਿਲ ਜਾਂਦੀ ਹੈ। ਲੇਕਿਨ ਇਹ ਵੀ ਤੁਸੀਂ ਆਉਣ ਵਾਲੇ ਟਾਈਮ 'ਚ ਇੱਕ ਦੇਖਣ ਦੀ ਗੱਲ ਹੋਏਗੀ ਕਿ ਇਹ ਮਾਫੀ ਕਦੋਂ ਤੱਕ ਕੰਟੀਨਿਊ ਰਹਿੰਦੀ ਹੈ, ਕਿਉਂਕਿ ਸਰਕਾਰਾਂ ਬਦਲਦੇ ਹੀ ਕਿਤੇ ਨਾ ਕਿਤੇ ਪਾਲਿਸੀਜ਼ ਜਿਹੜੀਆਂ ਉਹ ਹਮੇਸ਼ਾ ਹੀ ਚੇਂਜ ਹੋ ਜਾਂਦੀਆਂ ਨੇ। ਸਰ ਗੱਲਬਾਤ ਕਰੀਏ, ਤੁਸੀਂ ਗੱਲਬਾਤ ਕੀਤੀ ਹੈ ਕਿ 13% ਦੀ ਮਾਫੀ ਬਿਜਲੀ ਦੀ। ਫਿਲਹਾਲ ਇੱਕ ਮੁੱਦਾ ਇਹ ਵੀ ਚੱਲ ਰਿਹਾ ਇਹਦੇ ਤੋਂ ਹੀ ਕਿ ਜਿਹੜਾ ਕੋਲ ਦੀ ਸ਼ਾਰਟੇਜ ਕਰਕੇ ਅਨਇੰਟਰਪਟਡ ਜਿਹੜੇ ਅਨਸ਼ੈਡਿਊਲਡ ਕੱਟਸ ਲੱਗ ਰਹੇ ਹੈ, ਉਸ ਸਿਚੁਏਸ਼ਨ ਦੇ ਨਾਲ ਵੀ ਬਿਜਲੀ ਦੀ ਕਿੱਦਾਂ ਦੀ ਹਾਲਾਤ ਹੈ ਤਾਜ਼ਾ? ਕਿਉਂਕਿ ਇਨਵੈਸਟ ਪੰਜਾਬ 'ਚ ਕੋਈ ਨਵੀਂ ਇੰਡਸਟਰੀ ਤਾਂ ਹੀ ਲੱਗੇਗੀ ਜਦੋਂ ਉੱਥੇ ਬਿਜਲੀ ਹੋਏਗੀ। ਸਭ ਤੋਂ ਬੇਸਿਕ ਰॉ ਮਟੀਰੀਅਲ ਤਾਂ ਇੰਡਸਟਰੀ ਦਾ ਬਿਜਲੀ ਦਾ, ਸੋ ਉਹਦੀ ਜ਼ਮੀਨੀ ਹਕੀਕਤ ਕੀ ਹੈ? ਸਰ ਗੱਲ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਮੋਸਟ ਕਨਫਿਊਜ਼ਡ ਗਵਰਨਮੈਂਟ ਅੱਜ ਤੱਕ ਦੀ ਆਈ ਹੈ। ਕਦੇ ਇਹ ਕਹਿ ਦਿੰਦੇ ਆ ਅਸੀਂ ਬਿਜਲੀ ਬਣਾਉਣੀ ਬੰਦ ਕਰ ਦੇਣੀ ਆ, ਕਦੇ ਆਪਣੇ ਥਰਮਲਸ ਬੰਦ ਕਰ ਦਿੰਦੇ ਨੇ, ਕਦੇ ਇਹ ਕਹਿ ਦਿੰਦੇ ਕਿ ਅਸੀਂ ਐਗਰੀਮੈਂਟ ਕੈਂਸਲ ਕਰ ਦਿੰਦੇ ਨੇ। 5 ਰੁਪਏ ਬਿਜਲੀ ਦਾ ਦਾਅਵਾ ਕਰਕੇ ਇਹ ਸਰਕਾਰ ਆਈ ਸੀ। ਅੱਜ ਇੰਡਸਟਰੀ ਦੀ ਸੱਚਾਈ ਇਹ ਹੈ ਕਿ 7 ਰੁਪਏ ਤੋਂ ਲੈ ਕੇ 20 ਰੁਪਏ ਯੂਨਿਟ ਤੱਕ ਇੰਡਸਟਰੀ ਬਿਜਲੀ ਦੇ ਪੈਸੇ ਭਰ ਰਹੀ ਹੈ। ਹਾਲਾਤ ਨੇ, ਕਿਉਂਕਿ ਕਾਰਨ ਕੀ ਹੈ? ਕੋਲੇ ਦੀ ਦਿੱਕਤ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਗਵਰਨਮੈਂਟ ਨੇ ਬਿਜਲੀ ਬੋਰਡ ਨੂੰ ਕੰਗਾਲ ਕਰਕੇ ਰੱਖ ਦਿੱਤਾ, ਚਾਹੇ ਪਹਿਲਾਂ ਦੀਆਂ ਸਰਕਾਰਾਂ ਸੀ ਚਾਹੇ ਹੁਣ ਦੀਆਂ ਸਰਕਾਰਾਂ ਨੇ। ਅੱਜ 7-7 8-8 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਤੁਸੀਂ ਜੇ ਉਹਨਾਂ ਨੂੰ ਦਿਓਗੇ ਨਹੀਂ ਤਾਂ ਉਹ ਕੋਲਾ ਖਰੀਦਣ ਨੂੰ ਪੈਸੇ ਕਿੱਥੋਂ ਆਉਣਗੇ? ਜਿਨ੍ਹਾਂ ਸਟੇਟਾਂ 'ਚ ਜਾਂ ਜਿਨ੍ਹਾਂ ਬਿਜਲੀ ਬੋਰਡਾਂ ਥਰਮਲਸ ਕੋਲੇ 15-15 20-20 ਦਿਨ ਦਾ ਸਟਾਕ ਸੀ, ਉਹਨਾਂ ਥਰਮਲਸ ਨੂੰ ਕੋਈ ਬਹੁਤ ਲੰਬੀ ਚੌੜੀ ਪ੍ਰੋਬਲਮ ਨਹੀਂ ਆਈ। ਦਿੱਕਤਾਂ ਉਹਨਾਂ ਥਰਮਲਸ ਨੂੰ ਆਈਆਂ, ਚਾਹੇ ਉਹ 3 ਸਰਕਾਰੀ ਸੀ ਜਾਂ 4 ਪ੍ਰਾਈਵੇਟ ਸੀ, ਉਹਨਾਂ ਥਰਮਲਸ ਨੂੰ ਦਿੱਕਤਾਂ ਆਈਆਂ ਜਿਨ੍ਹਾਂ ਕੋਲ ਪੈਸੇ ਨਹੀਂ ਸੀ ਤੇ ਉਹਨਾਂ ਕੋਲ ਕੋਲੇ ਦਾ ਸਟਾਕ ਹੀ 2-2 3-3 ਦਿਨ ਦਾ ਸੀ। ਇਸ ਕਰਕੇ ਇਹ ਪੂਰੀ ਦੀ ਪੂਰੀ ਬਦਹਾਲੀ। ਅੱਜ 6-7 ਹਜ਼ਾਰ ਕਰੋੜ ਰੁਪਈਆ ਗਵਰਨਮੈਂਟ ਅਨਾਊਂਸ ਕਰ ਦਿੰਦੀਆਂ ਜੀ ਕਿ ਸਬਸਿਡੀ ਦੇ ਦਿੱਤੀ ਇੱਕ ਵਰਗਾਂ ਨੂੰ ਖੁਸ਼ ਕਰਨ ਵਾਸਤੇ, ਲੇਕਿਨ ਉਹਦਾ ਪੈਸਾ ਵੀ ਕਰੋ। ਔਰ ਹੋ ਕੀ ਰਿਹਾ ਕਿ ਜਿਹੜੇ ਸਬਸਿਡੀ ਦਿੱਤੀਆਂ ਵੀ ਜਾ ਰਹੀਆਂ ਤਾਂ ਗਵਰਨਮੈਂਟ ਕੀ ਕਰਦੀ ਹੈ ਕਿ ਕੈਸ਼ ਦੇਣ ਦੀ ਬਜਾਏ ਉਹਦੇ ਵਿੱਚ ਆਪਣਾ ਸ਼ੇਅਰ ਹੀ ਐਡਜਸਟ ਕਰਾਈ ਜਾ ਰਹੀ ਹੈ। ਜਿਹੜਾ ਬਿਜਲੀ ਬੋਰਡ ਭੰਗ ਹੋ ਕੇ ਕਾਰਪੋਰੇਸ਼ਨ ਬਣੀ ਸੀ 2009 'ਚ, ਤਾਂ ਬਿਨਾਂ ਕਰਜ਼ੇ ਵਾਲੀ ਕਾਰਪੋਰੇਸ਼ਨ ਹੁੰਦੀ ਸੀ। ਅੱਜ ਹਾਲਾਤ ਇਹ ਬਣ ਗਏ ਨੇ ਕਿ ਇਸ ਕਾਰਪੋਰੇਸ਼ਨ ਦੇ ਉੱਪਰ ਲਗਭਗ 30-40 ਹਜ਼ਾਰ ਕਰੋੜ ਰੁਪਏ ਦਾ ਲੋਨ ਹੈ ਔਰ ਇਹ 15-15 16% ਤੇ ਲੋਨ ਲੈ ਰਹੀ ਹੈ ਬੈਂਕਾਂ ਤੋਂ, ਜਦ ਕਿ ਜਿਹੜੀਆਂ ਵੱਡੇ ਕਾਰਪੋਰੇਟਸ ਨੇ ਉਹ 4% 3% ਤੇ ਵੀ ਲੋਨ ਲੈ ਰਹੇ ਨੇ। ਔਰ ਬਿਜਲੀ ਬੋਰਡ ਦੀ ਰੈਪੂਟੇਸ਼ਨ ਇੰਨੀ ਮਾੜੀ ਹੈ ਕਿ ਇਹਨੂੰ ਜਿਹੜੇ ਲੋਨ ਮਿਲ ਰਹੇ ਨੇ ਉਹ ਕੋਈ 15% ਤੇ ਮਿਲ ਰਿਹਾ ਤੇ ਕੋਈ 16% ਤੇ ਮਿਲ ਰਿਹਾ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਿਰਫ 12 ਸਾਲਾਂ ਦੇ ਵਿੱਚ, ਤੁਸੀਂ 2009 ਕਿਹਾ ਤੇ ਅਸੀਂ 2021 'ਚ ਬੈਠੇ ਹਾਂ, ਸਿਰਫ 12 ਸਾਲਾਂ 'ਚ ਜਿਹੜਾ ਪੰਜਾਬ ਜਿਹੜਾ ਇਲੈਕਟ੍ਰਿਸਿਟੀ ਕਾਰਪੋਰੇਸ਼ਨ ਜਿਹੜਾ ਨਵਾਂ ਬਣਿਆ ਹੈ ਉਹਦੇ ਤੇ 30 ਤੋਂ 40 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁੱਕਾ ਹੈ। ਬਿਲਕੁਲ ਚੜ੍ਹ ਚੁੱਕਿਆ। ਇਹ ਹਰ ਸਾਲ 5-7 ਹਜ਼ਾਰ ਕਰੋੜ ਰੁਪਈਆ ਉਹਦਾ ਇੰਟਰਸਟ ਪੇਮੈਂਟ ਕਰਦੇ ਨੇ ਔਰ ਅਲਟੀਮੇਟਲੀ ਉਹ ਇੰਟਰਸਟ ਪੇਮੈਂਟ ਵੀ ਕਿਤੇ ਨਾ ਕਿਤੇ ਜਿਹੜੀ ਘੁੰਮ ਕੇ ਕੰਜ਼ਿਊਮਰਸ ਨੂੰ ਹੀ ਦੇਣੀ ਪੈ ਰਹੀ ਹੈ। ਇਹ ਪੋਜੀਸ਼ਨ ਇਹ ਬਣੀ ਹੋਈ ਹੈ ਕਿਉਂਕਿ ਜਦੋਂ ਇਹ ਕਾਰਪੋਰੇਸ਼ਨ ਬਣੀ ਸੀ ਤਾਂ ਇੱਕ ਨੋਰਮ ਹੁੰਦਾ ਕਿ ਕਾਰਪੋਰੇਸ਼ਨ ਜ਼ੀਰੋ ਡੈਟ ਹੋਣੀ ਚਾਹੀਦੀ ਹੈ। ਇਹਨਾਂ ਨੇ ਬਿਜਲੀ ਬੋਰਡ ਦੀ ਐਡਜਸਟਮੈਂਟਸ ਕਰਕੇ ਉਹਨੂੰ ਜ਼ੀਰੋ ਡੈਟ ਕਰ ਦਿੱਤਾ ਸੀ। ਜ਼ੀਰੋ ਡੈਟ ਕਰਨ ਤੋਂ ਬਾਅਦ ਉਹ ਹਰ ਸਾਲ ਕਰਜ਼ਾ ਲੈ। ਅੱਜ ਇਹ ਪੋਜੀਸ਼ਨ ਹੈ ਕਿ ਬਿਜਲੀ ਬੋਰਡ ਤੇ 30-40 ਹਜ਼ਾਰ ਕਰੋੜ ਰੁਪਏ ਦੇ ਲੋਨਸ ਲੈ ਰੱਖੇ ਨੇ ਬਿਜਲੀ ਬੋਰਡ ਨੇ ਔਰ ਉਹਦੀ ਜਿਹੜੀ ਇੰਟਰਸਟ ਰੀਪੇਮੈਂਟ ਹੈ ਉਹ ਹਰ ਸਾਲ ਕੀਤੀ ਜਾ ਰਹੀ ਹੈ। ਇਸ ਕਰਕੇ ਕਿਤੇ ਨਾ ਕਿਤੇ ਦੇਖੋ ਫਰੀਬੀਜ਼ ਜਿਹੜੀਆਂ ਨੇ, ਤੁਸੀਂ ਅੱਜ ਰੋਜ਼ਗਾਰ ਦਿਓ ਇੰਡਸਟਰੀ। ਔਰ ਦੂਸਰੀ ਗੱਲ ਮੈਂ ਤੁਹਾਨੂੰ ਹੋਰ ਦੱਸ ਰਿਹਾ ਸੰਦੀਪ ਜੀ ਕਿ ਜਿਹੜਾ ਸਬਸਿਡੀਜ਼ ਹੈ ਅੱਜ ਪੰਜਾਬ ਦੇ ਵਿੱਚ 99.5% ਜਿਹੜੀਆਂ ਮਾਈਕਰੋ ਤੇ ਸਮਾਲ ਇੰਡਸਟਰੀਜ਼ ਨੇ, ਸਿਰਫ 0.5% ਲਾਰਜ ਇੰਡਸਟਰੀਜ਼ ਨੇ ਔਰ 99% ਜਾਂ 98% ਸਬਸਿਡੀ ਜਿਹੜੀ ਹੈ ਉਹ 0.5% ਵਾਲੇ ਲੋਕਾਂ ਨੂੰ ਹੀ ਦਿੱਤੀ ਜਾ ਰਹੀ ਹੈ। ਜਿਹੜੇ ਬਾਕੀ ਦੇ, ਜੇ ਤੁਸੀਂ ਬਿਜਲੀ ਸਬਸਿਡੀ ਦਾ ਇੱਕ ਡਾਟਾ ਕੱਢੋ ਕਿ ਕਿਸ ਵਰਗ ਨੂੰ ਕਿੰਨੀ ਮਿਲਦੀ ਹੈ, ਤਾਂ ਜਿਹੜੇ ਸਮਾਲ ਸਕੇਲ ਵਾਲੇ ਨੇ ਉਹਨਾਂ ਨੂੰ 13,500 ਕੁਛ ਰੁਪਏ ਸਬਸਿਡੀ ਜਿਹੜੀ ਉਹ ਸਾਲਾਨਾ ਮਿਲਦੀ ਹੈ। ਜਿਹੜੇ ਬੜੇ ਘਰ ਨੇ ਉਹਨੂੰ 19,23,000 ਰੁਪਏ ਪਰ ਘਰ ਨੂੰ ਸਬਸਿਡੀ ਸਾਲਾਨਾ ਮਿਲਦੀ ਪਈ ਹੈ। ਇਹ ਹਾਲਾਤ ਛੋਟੀ ਇੰਡਸਟਰੀ ਦੇ ਕਦੋਂ ਸੁਧਰਨਗੇ? ਹਾਲਾਤ ਇੱਥੋਂ ਤੱਕ ਬਦਤਰ ਹੁੰਦੇ ਜਾ ਰਹੇ ਨੇ ਕਿ ਬਹੁਤ ਸਾਰੇ, ਮੈਂ ਦੱਸਿਆ ਕਿ ਜਿਹੜੇ ਮਾਈਕਰੋ ਯੂਨਿਟ ਸਮਾਲ ਯੂਨਿਟ ਨੇ 20 ਕਿਲੋਵਾਟ ਤੋਂ ਘੱਟ ਵਾਲੇ, ਉਹ 1,02,000 ਸਮਥਿੰਗ ਸੀ 2018 ਦੇ ਵਿੱਚ। 2019 'ਚ ਉਹ 97 ਰਹਿ ਗਏ, 2020 ਦੇ ਵਿੱਚ ਉਹ ਘੱਟ ਕੇ 91,000 ਰਹਿ ਗਏ। ਇਸ ਕਰਕੇ 11,000 ਜਿਹੜਾ ਬਿਜਲੀ ਬੋਰਡ ਦੇ ਡਾਟੇ ਦੇ ਵਿੱਚ ਉਹ ਕਨੈਕਸ਼ਨ ਘਟਨੇ, ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਇੰਡਸਟਰੀ ਵਾਸਤੇ ਵੀ ਹੈ ਔਰ ਇਹ ਸਟੇਟ ਦੀ ਇਕਨੋਮੀ ਵਾਸਤੇ ਵੀ ਹੈ।
ਸਰ ਗੱਲਬਾਤ ਕਰੀਏ ਕੱਲ ਦੀ ਮੀਟਿੰਗ ਦੇ ਵਿੱਚ ਅਸੀਂ ਵੀ ਸੀਗੇ ਉੱਥੇ ਬਹੁਤ ਸਾਰੇ ਅਸੀਂ ਇੰਡਸਟਰੀਲਿਸਟ ਇਹੋ ਜਿਹੇ ਦੇਖੇ ਜਿਹੜੇ ਸਰਕਾਰ ਦੇ ਅੱਗੇ ਕਈਆਂ ਨੇ ਤਾਂ ਇਹ ਵੀ ਕਿਹਾ ਮੌਜੂਦਾ ਜਿਹੜੇ ਉੱਥੇ ਮੰਤਰੀ ਸੀਗੇ ਕੈਬਨਿਟ ਰੈਂਕ ਦੇ ਜਾਂ ਫਾਈਨਾਂਸ ਮਿਨਿਸਟਰ ਨੂੰ ਕਿ ਤੁਹਾਡੀ 50 ਦਿਨ ਦੀ ਸਰਕਾਰ ਰਹਿ ਗਈ ਹੈ ਤੇ ਇਹਦੇ ਵਿੱਚ ਜੇ ਕੁਝ ਸੁਧਾਰਨਾ ਸੁਧਾਰ ਦਿਓ। ਤੇ ਪਰ ਬਹੁਤ ਸਾਰੇ ਇੰਡਸਟਰੀਲਿਸਟ ਇਹੋ ਜਿਹੇ ਵੀ ਸੀਗੇ ਜਿਹੜੇ ਇਹ ਕਹਿ ਰਹੇ ਸੀਗੇ ਕਿ ਜੀ ਬਾਹਰ ਇਨਵੈਸਟਮੈਂਟ ਪੰਜਾਬ 'ਚੋਂ ਬਾਹਰ ਨਹੀਂ ਗਈ, ਮਤਲਬ ਉਹ ਸਰਕਾਰ ਦੇ ਕਿਤੇ ਨਾ ਕਿਤੇ ਹੱਕ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਸੀ, ਸਿਰਫ ਉਹਨਾਂ ਨੇ ਐਕਸਪੈਂਸ਼ਨ ਬਾਹਰ ਕੀਤੀ ਹੈ। ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ? ਦੇਖੋ ਕਾਰਨ ਇਹ ਹੈ ਸੰਦੀਪ ਜੀ, ਘਰ ਤੋਂ ਬਾਹਰ ਹੋ ਜਾਏਗਾ ਜਿਹਨੂੰ ਘਰ 'ਚ ਫੈਸਿਲਿਟੀਆਂ ਨਹੀਂ ਮਿਲਦੀ। ਇਹ ਤਾਂ ਆਪਣੇ ਆਪ ਨੂੰ ਕਹਾਣ ਦੀ ਗੱਲ ਹੈ। ਕਈ ਲੋਕਾਂ ਨੂੰ ਆਦਤ ਪੈ ਗਈ ਸਰਕਾਰ ਦੇ ਛੱਟੇ ਮਾਰਨ ਦੀ। ਕਈਆਂ ਨੂੰ ਚੇਅਰਮੈਨੀਆਂ ਦਾ ਲਾਲਚ ਹੈ, ਕਈਆਂ ਨੂੰ ਕੋਈ ਮੈਨੇਜਮੈਂਟ ਦੇ ਵਿੱਚ ਕੋਈ ਪੋਸਟਾਂ ਲੈਣ ਦਾ ਲਾਲਚ ਹੈ। ਸਾਨੂੰ ਨਾ ਕੋਈ ਚੇਅਰਮੈਨੀਆਂ ਦਾ ਲਾਲਚ ਹੈ, ਨਾ ਸਾਨੂੰ ਸੱਚ ਬੋਲਣਾ ਆਉਂਦਾ, ਤੇ ਉਹ ਸੱਚ ਕੜਵਾ। ਸੱਚ ਦੀ ਸੱਚਾਈ ਇਹ ਹੈ ਕਿ ਸਿਰਫ 1 ਜਾਂ 2% ਲੋਕਾਂ ਨੂੰ ਜਿਹੜਾ ਉਹ ਕੋਈ ਫਾਇਦਾ ਹੋ ਰਿਹਾ, ਕਿਸੇ ਸੈਕਟਰ ਦੇ ਵਿੱਚ ਫਾਇਦਾ ਹੋ ਰਿਹਾ। ਅਦਰਵਾਈਜ਼ ਜਿਹੜੀ 99% ਇੰਡਸਟਰੀ ਹੈ ਉਹ ਪੰਜਾਬ ਦੇ ਵਿੱਚ ਸਫਰ ਕਰ ਰਹੀ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਪੰਜਾਬ ਦੇ ਵਿੱਚ 1 ਲੱਖ ਤੋਂ ਵੱਧ ਕੇਸ ਪਿਛਲੇ 3 ਸਾਲਾਂ 'ਚ ਸਕਰੂਟਨੀ 'ਚ ਲੱਗੇ ਨੇ। ਪੰਜਾਬ ਉਹ ਸਟੇਟ ਹੈ ਜਿਹਦੇ 'ਚ ਮੈਕਸਿਮਮ GST ਘੁਟਾਲਾ ਹੋ ਰਿਹਾ, ਤੇ ਸਰਕਾਰ ਨੂੰ ਪਤਾ ਹੈ ਕਿ ਇਹ ਘੁਟਾਲੇ ਹੁੰਦੇ ਪਏ ਨੇ। ਅਲਟੀਮੇਟਲੀ ਕਿਤੇ ਨਾ ਕਿਤੇ ਜਿਹੜਾ ਜੋ ਵੀ ਕੁਝ ਹੋ ਰਿਹਾ, ਇਹ ਸਰਕਾਰ ਦੀ ਸਾਇਲੈਂਸ ਇਸ ਪੂਰੇ ਮੁੱਦੇ ਦੇ ਉੱਪਰ, ਔਰ ਜਿਹੜੇ ਸਾਡੇ ਕੁਝ ਦੋਸਤ ਸ਼ੁਰੂ ਤੋਂ ਹੀ ਸਰਕਾਰ ਦੇ ਹੱਕ 'ਚ ਕਿਸੇ ਵੈਸਟਡ ਇੰਟਰਸਟ ਕਰਕੇ ਬੋਲਦੇ ਆ, ਇਹ ਸਿਰਫ ਉਹਦਾ ਨਤੀਜਾ ਹੋ ਰਿਹਾ। ਅਲਟੀਮੇਟਲੀ ਜੇ ਤੁਸੀਂ ਮਾਈਕਰੋ ਦੀ ਦੇਖੋ, ਅੱਜ ਲੋਕ ਯੂਨਿਟ ਬੰਦ ਕਰ ਰਹੇ ਨੇ, ਛੋਟੇ ਛੋਟੇ ਘਰ ਨੇ, ਕਿੰਨੀ ਗਰੋਥ ਹੋ ਗਈ, ਕਿੰਨੇ ਲੋਕ ਮਾਈਕਰੋ ਤੋਂ ਸਮਾਲ ਦੀ ਕੈਟਾਗਰੀ 'ਚ ਆ ਗਏ, ਕਿੰਨੇ 20 ਕਿਲੋਵਾਟ ਵਾਲਿਆਂ ਦੇ ਕਨੈਕਸ਼ਨ ਜਿਹੜੇ ਨੇ ਉਹ ਮੀਡੀਅਮ ਸਕੇਲ 'ਚ ਚਲੇ ਗਏ, ਕਿੰਨੇ ਮੀਡੀਅਮ ਵਾਲਿਆਂ ਦੇ ਲਾਰਜ। ਇਹ ਡਿਵੈਲਪਮੈਂਟ ਅਸੀਂ ਇੱਥੋਂ ਚੈੱਕ ਕਰਨੀ ਹੁੰਦੀ ਹੈ। ਹਾਲਾਤ ਇਹ ਨੇ ਕਿ 20 ਵਾਲੇ ਵੀ ਬੰਦ ਹੋ ਰਹੇ ਨੇ, ਔਰ 100 ਵਾਲੇ ਵੀ ਬੰਦ ਹੋ ਰਹੇ ਨੇ, ਤੇ 1000 ਵਾਲੇ ਵੀ ਬੰਦ ਹੋ ਰਹੇ ਨੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਸੱਚਾਈ ਦੇ ਸਾਹਮਣੇ ਆਵੇ। ਇਹ ਝੂਠ ਬੋਲ ਕੇ ਕਿ ਬਈ ਜਿਹੜਾ ਪੋਲਿਊਸ਼ਨ ਦੇ ਕੰਸੈਂਟਾਂ ਦੇ ਡਾਟੇ ਨੂੰ ਇਨਵੈਸਟ ਪੰਜਾਬ 'ਚ ਦਿਖਾ ਕੇ ਤੇ ਉਹਨਾਂ ਦੀਆਂ ਉੱਥੋਂ ਫੋਟੋਆਂ ਖਿਚਾ ਕੇ ਤੇ ਉੱਥੇ ਲਗਾਉਣੀਆਂ, ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਇਹ ਇਕੋਨਮੀ ਨੂੰ ਨੁਕਸਾਨ ਪਹੁੰਚਾਏਗੀ। ਕਿਉਂਕਿ ਗੱਲ ਇਹ ਹੈ ਕਿ ਮੈਂ ਜਿੱਦਾਂ ਦੱਸਿਆ ਕਿ ਪੰਜਾਬ ਦੀ ਰੈਂਕਿੰਗ ਲੈਂਡਿੰਗ ਜਿਹੜੀ ਹੈ RBI ਨੇ, ਸਿਬਲ ਤੇ ਸਿਡਬੀ ਨੇ ਦਿੱਤੀ ਹੈ, ਉਹਦੇ ਵਿੱਚ 7 ਤੋਂ 18 ਆ ਗਈ ਹੈ। ਇਹ ਜਿਹੜੀਆਂ ਫੇਕ ਫਿਗਰਸ ਨੇ, ਇਹਦੇ ਨਾਲ ਤੁਹਾਨੂੰ ਸਿਰਫ ਆਪਣਾ ਇੱਕ ਡਾਟਾ ਬਣਾ ਸਕਦੇ ਹੋ, ਗਰਾਊਂਡ ਨੂੰ ਤੁਸੀਂ ਨਹੀਂ ਕਰ ਸਕਦੇ। ਗਰਾਊਂਡ 'ਤੇ ਆਉਣ ਵਾਸਤੇ ਤੁਹਾਨੂੰ ਛੋਟੇ, ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਅੱਜ ਪੰਜਾਬ 'ਚ 2 ਲੱਖ ਛੋਟੇ ਘਰ ਨੇ, ਪੰਜਾਬ 'ਚ ਸਿਰਫ 1000 ਬੜੇ ਘਰ ਨੇ। ਅੱਜ ਜੇ ਤੁਸੀਂ ਛੋਟੀ ਇੰਡਸਟਰੀ ਦੇ ਹਾਲਾਤ ਸੁਧਾਰ ਦਿਓ ਤੇ ਉਹ 2-2 ਬੰਦੇ ਵੀ ਫਾਲਤੂ ਰੱਖ ਲੈਣ, ਤਾਂ ਪੰਜਾਬ 'ਚ 5 ਲੱਖ ਤੁਸੀਂ ਇੰਪਲੋਇਮੈਂਟ ਜਨਰੇਸ਼ਨ 2 ਮਹੀਨੇ 'ਚ ਕਰ ਸਕਦੇ ਹੋ। ਜਿਹੜੇ ਬੜੇ ਘਰ ਨੇ, ਜੇ ਉਹ 100 ਬੰਦਾ ਵੀ ਸਾਰੇ ਜਾਣੇ ਰੱਖ ਲੈਣ ਤਾਂ ਵੀ 50,000 ਜਾਂ 1 ਲੱਖ ਬੰਦੇ ਤੋਂ ਵੱਧ ਜਨਰੇਸ਼ਨ ਜਿਹੜੀ ਪੰਜਾਬ 'ਚ ਨਹੀਂ ਹੋਏਗੀ। ਲੇਕਿਨ ਇਹ ਬਿਊਰੋਕ੍ਰੇਸੀ ਜਿਹੜੀ ਹੈ ਇਹ ਪੂਰਾ ਦਾ ਪੂਰਾ ਡਿਪੈਂਡੈਂਟ ਕਾਰਪੋਰੇਟਸ 'ਤੇ ਹੋਈ ਹੈ। ਇਸ ਕਰਕੇ ਉਹਨੂੰ ਆਪਣੀ ਸੋਚ ਬਦਲਣੀ ਪੈਣੀ ਹੈ। ਸਰਕਾਰ ਨੂੰ ਇਨਵੈਸਟ ਪੰਜਾਬ ਜਿਹੜੀ ਹੈ ਉਹਦੇ 'ਚ ਨਾ ਮਾਈਕਰੋ ਵਾਸਤੇ ਕੋਈ ਪ੍ਰੋਵੀਜ਼ਨ ਹੈ, ਨਾ ਛੋਟੀ ਇੰਡਸਟਰੀ ਵਾਸਤੇ ਕੋਈ ਪ੍ਰੋਵੀਜ਼ਨ ਹੈ। ਜੇ ਪ੍ਰੋਵੀਜ਼ਨ ਹੈ ਤਾਂ ਬੜਿਆਂ ਵਾਸਤੇ। ਅੱਜ ਮੈਂ ਤੁਹਾਨੂੰ ਦੱਸਿਆ ਵੀ 19.5 ਲੱਖ ਰੁਪਏ ਬੜਿਆਂ ਨੂੰ ਸਾਲ ਦਾ ਮਿਲ ਰਿਹਾ, 14,500 ਰੁਪਏ ਛੋਟਿਆਂ ਨੂੰ ਮਿਲ ਰਿਹਾ ਬਿਜਲੀ ਦੀ ਸਬਸਿਡੀ 'ਚੋਂ। ਲੇਕਿਨ ਸਰਕਾਰ ਕਹਿ ਰਹੀ ਹੈ ਕਿ ਅਸੀਂ 2100 ਕਰੋੜ ਰੁਪਏ ਦੇ ਦਿੱਤਾ। ਲੇਕਿਨ ਉਹ ਛੋਟਿਆਂ ਦੇ ਕਿੰਨਾ ਕੁ ਕੰਮ ਆਇਆ, ਇਹ ਸਾਨੂੰ ਹਕੀਕਤ ਜਿਹੜੀ ਹੈ ਬਿਜਲੀ ਬੋਰਡ ਦੇ ਡਾਟਾ 'ਚ ਵੀ ਸਾਹਮਣੇ ਆ ਰਹੀ ਹੈ। ਸਰ, ਜੇ ਇੱਕ ਜਿਹੜਾ ਤੁਸੀਂ ਕਿਹਾ ਕਿ ਇੱਦਾਂ ਲੋਕਾਂ ਨੂੰ ਫੋਨ ਆ ਰਹੇ ਆ, ਤੇ ਲਗਭਗ ਕਿੰਨੀਆਂ ਫੈਕਟਰੀਆਂ ਨੂੰ ਲੁਧਿਆਣੇ ਦੇ ਵਿੱਚ ਇਹ 450 ਦੇ ਆਸ-ਪਾਸ ਜਿਹੜੀ ਹੈ ਇਹ ਲੋਕਾਂ ਨੇ ਅਪਲਾਈ ਕੀਤਾ ਸੀ। 450 ਦੀ ਜਿਹੜਾ ਸਾਨੂੰ ਕੋਈ ਇਨਫੋਰਮੇਸ਼ਨ ਹੈ ਕਿ 450 ਦੇ ਆਸ-ਪਾਸ ਲਿਸਟ ਜਿਹੜੀ ਆ ਉਹ ਇੱਥੇ ਆਈ ਹੈ ਕਿ ਉਹਨਾਂ ਨੂੰ ਫੋਨ ਕਰਨੇ ਆ। ਔਰ ਇਹਦੇ ਵਿੱਚੋਂ 70-80% ਉਹ ਨੇ ਜਿਨ੍ਹਾਂ ਨੇ ਪੋਲਿਊਸ਼ਨ ਕੰਟਰੋਲ ਦੀਆਂ ਕੰਸੈਂਟ ਅਪਲਾਈ ਕੀਤੀਆਂ ਸੀ। ਕਿਉਂਕਿ ਪੋਲਿਊਸ਼ਨ ਕੰਟਰੋਲ ਬੋਰਡ 'ਚ ਜਦੋਂ ਅਸੀਂ ਕੰਸੈਂਟ ਅਪਲਾਈ ਕਰਦੇ ਹਾਂ ਜਾਂ ਕੋਈ ਵੀ ਕਰਦੇ ਹਾਂ ਤਾਂ ਉੱਥੇ ਸਾਨੂੰ ਆਪਣੀ ਇਨਵੈਸਟਮੈਂਟ ਲਿਖਣੀ ਪੈਂਦੀ ਹੈ। ਤੇ ਇਹਨਾਂ ਨੇ ਕੀਤਾ ਕਿ ਉਹ ਸਾਰੀਆਂ ਇਨਵੈਸਟਮੈਂਟਾਂ ਜਿਹੜੀਆਂ ਉਹ ਇਨਵੈਸਟ ਪੰਜਾਬ 'ਚ ਜੋੜਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਇੱਕ ਸਿਸਟਮ ਬਣਾਇਆ। ਔਰ ਇੱਕ ਪਰ ਜਿਵੇਂ ਕਿਹਾ ਜਾਂਦਾ ਕਿ ਝੂਠ ਦੇ ਪੈਰ ਬਹੁਤ ਜ਼ਿਆਦਾ ਵੱਡੇ ਨਹੀਂ ਹੁੰਦੇ, ਲੰਬੇ ਨਹੀਂ ਹੁੰਦੇ, ਸੋ ਇਹਨਾਂ ਦੀ ਪੋਲ ਖੁੱਲ੍ਹ ਨਹੀਂ ਜਾਏਗੀ। ਝੂਠ ਤੇ ਦੇਖੋ ਸਾਹਮਣੇ ਆ ਗਿਆ। ਕੱਲ ਸਾਨੂੰ 10 ਫੈਕਟਰੀਆਂ ਤੋਂ ਫੋਨ ਆਏ ਕਿ ਭਾਈ ਸਾਹਿਬ ਸਾਨੂੰ ਇਹ ਕਿਹਾ ਗਿਆ ਕਿ ਇਨਵੈਸਟ ਪੰਜਾਬ 'ਚ ਤੁਹਾਡੀਆਂ ਫੋਟੋਆਂ ਲਾਣੀਆਂ, ਇਮੀਡੀਏਟਲੀ 6-6 ਫੋਟੋਆਂ ਭੇਜੋ ਉੱਥੇ। ਔਰ ਝੂਠ ਤੇ ਸਾਹਮਣੇ ਆ ਹੀ ਗਿਆ। ਜੇ ਇਹਨਾਂ ਦੀ ਸੱਚਾਈ ਹੁੰਦੀ, ਅੱਜ ਦਿਖਾਉਂਦੇ ਕਿ ਅਸੀਂ ਇਹ 500 ਫੈਕਟਰੀ ਨਵੀਂ ਲਗਾਈ ਹੈ, 1000 ਫੈਕਟਰੀ ਨਵੀਂ ਲਗਾਈ ਹੈ। ਜੇ ਚੱਲਦੀਆਂ ਫੈਕਟਰੀਆਂ ਜਿਹੜੀਆਂ 50-50 ਸਾਲ ਤੋਂ ਚੱਲ ਰਹੀਆਂ ਤੇ ਉਹਨਾਂ ਨੇ ਕੋਈ ਐਕਸਪੈਂਸ਼ਨ ਨਹੀਂ ਕੀਤੀ, ਜੇ ਉਹਨਾਂ ਦੀਆਂ ਫੋਟੋਆਂ ਖਿਚਵਾ ਕੇ ਮੰਗਵਾ ਰਹੇ ਨੇ, ਤਾਂ ਇਸ ਤੋਂ ਬਦਹਾਲੀ ਇਹ ਸਟੇਟ ਦੀ ਕੋਈ ਨਹੀਂ ਹੋ ਸਕਦੀ। ਠੀਕ ਹੈ ਜੀ। ਸੋ ਬੇਸਿਕਲੀ ਤੁਹਾਡੇ ਹਿਸਾਬ ਨਾਲ ਜੇ ਇੱਦਾਂ ਦੀ ਹਰਕਤਾਂ ਕੀਤੀਆਂ ਜਾ ਰਹੀਆਂ ਸੱਤਾਧਾਰੀ ਸਰਕਾਰ ਵੱਲੋਂ, ਇਹ ਜੇ ਝੂਠ ਦੇ ਪੁਲੰਦੇ ਸਾਹਮਣੇ ਪੇਸ਼ ਕੀਤੇ ਜਾ ਰਹੇ ਹੈ, ਤੇ ਕੀ ਫਿਊਚਰ ਦੇਖਦੇ ਹੋ? ਇਹ ਤਾਂ ਇੱਦਾਂ ਦੀ ਗੱਲਾਂ ਕਹਿ ਰਹੀ ਹੈ ਸਰਕਾਰ ਕਿ ਅਸੀਂ ਤਾਂ ਅਗਲੇ 5 ਸਾਲ ਮਨਪ੍ਰੀਤ ਬਾਦਲ ਸਾਹਿਬ ਵਰਗੇ ਜਿਹੜੇ ਜਦੋਂ ਮੰਚ 'ਤੇ ਬੈਠੇ ਸੀ ਤੇ ਚੰਗੇ ਰਾਜਨੇਤਾਵਾਂ ਨੇ ਇਹ ਕਿਹਾ ਕਿ ਅਸੀਂ ਤਾਂ ਇਤਿਹਾਸ ਰਚਾਂਗੇ। ਦੇਖੋ ਇਤਿਹਾਸ ਤੇ ਇਹਨਾਂ ਨੇ ਰਚ ਦਿੱਤਾ ਜੀ। ਝੂਠ ਦਾ ਇਤਿਹਾਸ ਰਚਿਆ ਗਿਆ। 5 ਰੁਪਏ ਬਿਜਲੀ ਤੇ ਝੂਠ ਦਾ ਇਤਿਹਾਸ ਰਚਿਆ ਗਿਆ।
ਆਂਦੇ ਹੀ 2 ਪਾਰਟ ਟੈਰਿਫ ਕਰ ਦਿੱਤਾ ਤਾਂ ਕਿ ਉਹ 5 ਰੁਪਏ ਬਿਜਲੀ ਵਾਲਾ ਜਿਹੜਾ ਸ਼ਗੂਫਾ ਉਹਨੂੰ ਉਹਦੇ ਉੱਪਰ ਕਿਸ ਤਰ੍ਹਾਂ ਕਾਲਾ ਕੱਪੜਾ ਪਾਇਆ ਜਾਵੇ। ਉਸ ਤੋਂ ਇਲਾਵਾ ਜਿਹੜਾ ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ ਕਿ 1.5 2 ਲੱਖ ਕੇਸ ਸਕੂਟਰੀ 'ਚ ਲੱਗਣੇ, ਇਹਨਾਂ ਦੀ ਸਰਕਾਰ 'ਚ ਉਹ ਵੀ ਲੱਗ ਗਏ। ਇਤਿਹਾਸ ਰਚ ਦਿੱਤਾ ਗਿਆ ਕਿ ਕਿਤੇ ਵੀ ਵੈਟ ਦੇ ਦੌਰਾਨ ਇੰਨੇ ਸਾਲਾਂ ਦੇ ਵਿੱਚ ਕਦੇ ਲੱਖਾਂ ਕਰੋੜਾਂ ਦੇ ਘੁਟਾਲੇ ਨਹੀਂ ਹੋਏ, ਉਹ ਵੀ ਘੁਟਾਲੇ ਸਟੇਟ 'ਚ ਹੋ ਗਏ, ਉਹ ਵੀ ਇਤਿਹਾਸ ਰਚਿਆ ਗਿਆ। ਇਤਿਹਾਸ ਰਚ ਦਿੱਤਾ ਗਿਆ ਕਿ ਅੱਜ 5 ਸਾਲ ਹੋ ਗਏ ਇੰਡਸਟਰੀਅਲ ਏਰੀਆ ਸੀ ਜਾਂ ਬਾਕੀ ਦੀਆਂ ਸੜਕਾਂ ਦੇਖ ਲਓ, ਉਹ 5 ਸਾਲਾਂ 'ਚ ਉੱਥੇ ਪੈਚ ਵਰਕ ਤੱਕ ਵੀ ਨਹੀਂ ਹੋਇਆ। ਇਹ ਇਤਿਹਾਸ ਜ਼ਰੂਰ ਰਚ ਦਿੱਤੇ ਗਏ ਨੇ ਜੀ। ਪਰ ਸ਼ਹਿਰ ਦੇ ਵਿੱਚ ਵੱਖ-ਵੱਖ ਰਾਜਨੇਤਾਵਾਂ ਵੱਲੋਂ ਆਪਣੇ ਆਪ ਨੂੰ ਵਿਕਾਸ ਪੁਰਸ਼ ਦੱਸਿਆ ਜਾ ਰਿਹਾ ਹੈ, ਆਪਣੇ ਆਪ ਨੂੰ ਜਿਹੜੀ ਡਿਵੈਲਪਮੈਂਟ ਦੇ 4-4 ਹਜ਼ਾਰ ਕਰੋੜ ਰੁਪਏ ਦੇ ਇੱਕ ਹਲਕੇ ਦੇ ਵਿੱਚ ਵਿਕਾਸ ਕੰਮ ਕਰਨ ਦੇ ਬੋਰਡ ਲਗਾਏ ਜਾ ਰਹੇ ਹੈ। ਕੀ ਇਹ ਸਭ ਝੂਠ ਹੈ? ਦੇਖੋ ਸੰਦੀਪ ਜੀ, ਕੱਲ੍ਹ ਤੁਹਾਡੇ ਚੈਨਲ 'ਤੇ ਹੀ ਅਸੀਂ ਜਿਹੜੀ ਸੱਚਾਈ ਹੈ ਉਹ 4000 ਕਰੋੜ ਦੇ ਦਾਅਵਿਆਂ ਦੀ ਦੇਖੀ ਹੈ, ਔਰ ਬਾਕੀ ਹਾਲਾਤਾਂ ਦੇ ਵਿੱਚ ਜੇ ਤੁਸੀਂ ਇੱਧਰ ਜਿਹੜੇ ਮੇਨ ਸਰਕਾਰ ਨੂੰ ਟੈਕਸ ਦੇਣ ਵਾਲਾ ਏਰੀਆ ਢੰਡਾਰੀ ਜਾਂ ਇੱਧਰਲੇ ਇਲਾਕਿਆਂ 'ਚ ਜਾਓਗੇ ਤਾਂ ਤੁਹਾਨੂੰ ਸਹੀ ਸੱਚਾਈ ਪਤਾ ਲੱਗੇਗੀ ਕਿ ਕਿਸ ਤਰ੍ਹਾਂ ਇਹ ਲੋਕ ਜਦੋਂ ਬਰਸਾਤਾਂ ਦੇ 3 ਮਹੀਨੇ ਹੁੰਦੇ ਤਾਂ ਸ਼ਾਇਦ ਆਪਣੀਆਂ ਫੈਕਟਰੀਆਂ 'ਚ ਵੀ ਨਹੀਂ ਜਾ ਸਕਦੇ। ਫੋਕਲ ਪੁਆਇੰਟ ਦਾ ਵੀ ਇਹੀ ਹਾਲ ਹੈ ਕਿ ਕਈ ਫੇਸਾਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਤਾਂ ਬਾਰਿਸ਼ ਦਾ ਵੇਟ ਕਰਨਾ ਪੈਂਦਾ ਹੈ ਕਿ ਬੰਦ ਹੋ ਜੇ, ਪਾਣੀ ਨਿਕਲ ਜੇ ਤੇ ਫਿਰ ਜਾਈਏ। ਇਹ ਰਿਐਲਿਟੀ ਹੈ। ਦੇਖੋ ਸਰਕਾਰ ਕੋਈ ਵੀ ਆਵੇ, ਮੈਂ ਇਹ ਨਹੀਂ ਕਹਿੰਦਾ ਕਿ ਇਹ ਕਾਂਗਰਸ ਦਾ ਕਸੂਰ ਹੈ ਜਾਂ ਅਕਾਲੀ ਦਲ ਦਾ ਕਸੂਰ ਹੈ। ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਸੱਚਾਈ ਸਾਹਮਣੇ ਲੈ ਕੇ ਆਉਣਾ ਪੋਲੀਟੀਸ਼ੀਅਨ ਦੀ ਜ਼ਿੰਮੇਵਾਰੀ ਨਹੀਂ, ਬਿਊਰੋਕਰੇਟਸ ਦੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਕਿਤੇ ਨਾ ਕਿਤੇ ਕਟਗਰੇ ਦੇ ਵਿੱਚ ਬਿਊਰੋਕਰੇਟਸ ਨੂੰ ਖੜਾ ਕਰ ਰਿਹਾ। ਉਹਨਾਂ ਦੀ ਬੇਸਿਕ ਰਿਸਪੌਂਸਿਬਿਲਟੀ ਸੀ ਕਿ ਸਰਕਾਰਾਂ ਨੂੰ ਸਹੀ ਆਈ। ਬਿਊਰੋਕਰੇਟ ਤਾਂ ਉਹੀ ਰਹਿੰਦੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਹੋਵੇ, ਚਾਹੇ ਕੱਲ ਨੂੰ ਆਮ ਆਦਮੀ ਹੋਵੇ ਜਾਂ ਕੱਲ ਨੂੰ ਕੈਪਟਨ ਦੀ ਸਰਕਾਰ ਹੋਵੇ, ਫਿਰ ਚਾਹੇ BSP ਦੀ ਸਰਕਾਰ ਹੋਵੇ, BJP ਦੀ ਸਰਕਾਰ ਹੋਵੇ, ਬਿਊਰੋਕਰੇਟਸ ਤਾਂ ਉਹੀ ਰਹਿਣੇ ਆ। ਇਹਦਾ ਮਤਲਬ ਫਿਰ ਸਰਕਾਰਾਂ ਬਣਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਦੇਖੋ ਬਿਊਰੋਕਰੇਟਸ ਤੋਂ ਕੰਮ ਲੈਣਾ ਆਉਣਾ ਚਾਹੀਦਾ ਜੀ। ਜਿਹੜੇ ਅੱਛੇ ਪੋਲੀਟੀਸ਼ੀਅਨਸ ਨੇ ਜਾਂ ਜਿਨ੍ਹਾਂ ਪੋਲੀਟੀਸ਼ੀਅਨਸ ਦੀ ਕਮਾਂਡ ਹੈ ਉਹਨਾਂ ਨੂੰ ਪਤਾ ਹੈ ਕਿ ਬਿਊਰੋਕਰੇਟਸ ਤੋਂ ਕਿੱਦਾਂ। ਆਪਾਂ ਇੱਕ ਛੋਟੀ ਐਗਜ਼ਾਮਪਲ ਹੈ, ਸ਼ਾਇਦ ਇਹ ਲੰਬੇ ਟਾਈਮ 'ਚ ਐਗਜ਼ਾਮਪਲ ਗਲਤ ਵੀ ਹੋ ਸਕਦੀ ਹੈ, ਕਿ ਇੱਕ ਟਰਾਂਸਪੋਰਟ ਮਹਿਕਮੇ ਦਾ ਹੀ ਅਸੀਂ ਚੇਂਜ ਦੇਖ ਲਈਏ ਜੋ ਨਜ਼ਰ ਆ ਰਿਹਾ। ਰਿਐਲਿਟੀ ਹੋ ਸਕਦਾ ਡਿਫਰੈਂਟ ਹੋਵੇ। ਔਰ CM ਚੰਨੀ ਦੇ ਜਿਹੜੇ ਕੰਮ ਕੀਤੇ ਜਾ ਰਹੇ ਆ, ਯੂਨਿਟ ਬਿਜਲੀ ਫ੍ਰੀ ਦੇਣਾ ਜਾਂ ਲੋਕਾਂ ਦੇ ਘਰਾਂ 'ਚ ਜਾਣਾ, ਰਾਹ ਚਲਦੇ ਨੂੰ ਮਿਲਣਾ, ਉਹ ਉਹਨਾਂ ਨੂੰ ਕਿੱਦਾਂ ਦੇਖਦੇ? ਇਹ ਤਾਂ ਇਹਨੂੰ ਮੈਂ ਕੋਈ ਪੁਆਇੰਟਸ ਵੀ ਨਹੀਂ ਦੇਵਾਂਗਾ, ਕ੍ਰੈਡਿਟ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ ਇੱਕ CM ਦਾ ਫਰਜ਼ ਹੈ ਕਿ ਉਹ ਐਡਮਿਨਿਸਟ੍ਰੇਸ਼ਨ ਦੇਖੇ। ਇਹ ਜਿਹੜੇ ਸੜਕਾਂ ਦੇ ਉੱਪਰ ਫੋਟੋਆਂ ਖਿਚਾਉਣੀਆਂ, ਘਰਾਂ 'ਚ ਜਾ ਕੇ ਫੋਟੋਆਂ ਖਿਚਾਉਣੀਆਂ, ਇਹ CM ਦਾ ਕੰਮ ਨਹੀਂ। CM ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਦੇ 3.25 ਕਰੋੜ 3 ਕਰੋੜ 30 ਲੱਖ ਲੋਕਾਂ ਦੀ ਜ਼ਿੰਦਗੀ ਹੈ। ਉਹ ਇਹ ਨਹੀਂ ਕਿ ਆਪਾਂ ਕਿਸੇ ਪਿੰਡ ਦੇ ਵਿੱਚ ਜਾ ਕੇ ਕੋਈ ਕ੍ਰੈਡਿਟ ਲੈ ਲਈਏ, ਜਾਂ ਉਹਨੂੰ ਚਾਹੀਦਾ ਕਿ ਆਪਣੇ ਦਫ਼ਤਰ ਦੇ ਵਿੱਚ ਬੈਠ ਕੇ ਕੱਲੇ ਹਲਕੇ ਨੂੰ ਦੇਖੇ ਕਿ ਕਿੱਥੇ ਡਿਵੈਲਪਮੈਂਟ ਹੋ ਰਹੀ ਹੈ, ਕਿੱਥੇ ਨੁਕਸਾਨ ਹੋ ਰਿਹਾ, ਕਿੱਥੇ ਫਾਇਦਾ ਹੋ ਰਿਹਾ। ਇਸ ਕਰਕੇ ਉਹ ਇੱਕ ਬੜੀ ਇਮੇਜ, ਬਹੁਤ ਬੜੀ ਇਮੇਜ ਚਾਹੀਦੀ ਹੈ। ਔਰ ਦੂਸਰੀ ਗੱਲ ਹੈ, ਤੁਸੀਂ 2 ਕਿਲੋਵਾਟ ਦੇ ਬਿੱਲ ਮਾਫ ਕਰ ਦਿੱਤੇ, ਠੀਕ ਹੈ, ਤੁਹਾਡਾ ਪ੍ਰੈਰੋਗੇਟਿਵ ਸੀ। 1200 ਕਰੋੜ ਰੁਪਈਆ ਤੁਸੀਂ ਇਹਦੇ 'ਤੇ ਲਾ ਦਿੱਤਾ। ਅੱਜ ਪੂਰੇ ਪੰਜਾਬ ਨੂੰ ਜੇ ਅਸੀਂ ਫ੍ਰੀ ਮੈਡੀਕਲ ਇੰਸ਼ੋਰੈਂਸ ਦੇਣੀ ਹੋਵੇ 3 ਲੱਖ ਰੁਪਏ ਦੀ, ਤਾਂ ਸ਼ਾਇਦ 1000 ਕਰੋੜ ਦੇ ਵਿੱਚ ਆ ਜਾਏ। ਇਸ ਕਰਕੇ ਪ੍ਰਾਇਓਰਿਟੀਜ਼ ਦੇਖਣੀਆਂ ਦੀ ਜ਼ਰੂਰਤ ਹੈ। ਪੰਜਾਬ ਦੀ ਜਿਹੜੀ ਨਸਲ ਹੈ ਉਹ ਬਾਹਰ ਜਾ ਰਹੀ ਹੈ। ਅੱਜ ਹਜ਼ਾਰਾਂ ਲੱਖਾਂ ਬੱਚਾ ਜਿਹੜਾ ਪੰਜਾਬ ਛੱਡ ਕੇ ਬਾਹਰ ਜਾ ਰਿਹਾ, ਉਹ 'ਤੇ ਸਟੱਡੀ। ਔਰ ਇਹ ਸਰਕਾਰ ਦਾ ਰਿਕਾਰਡ ਹੈ। ਜਿੰਨਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਿੰਨਾ ਬੱਚਾ 2017 ਤੋਂ ਲੈ ਕੇ 2021 ਤੱਕ ਗਿਆ, ਸ਼ਾਇਦ ਪਿਛਲੇ 15 ਸਾਲਾਂ 'ਚ ਵੀ ਨਹੀਂ ਗਿਆ। ਸੋ ਦੋਸਤੋ, ਇਹ ਸੀਗੇ ਬਦੀਸ਼ ਜਿੰਦਲ ਜੀ, ਜਿਨ੍ਹਾਂ ਨੇ ਇਨਵੈਸਟ ਪੰਜਾਬ ਨੂੰ ਲੈ ਕੇ ਕੀਤੇ ਗਏ ਵੱਡੇ ਦਾਅਵਿਆਂ ਦੀ ਪੋਲ ਖੋਲ੍ਹੀ ਹੈ ਸਰਕਾਰ ਦੀ। ਔਰ ਉਹਨਾਂ ਨੇ ਕਲੀਅਰ ਕੱਟ ਕਿਹਾ ਕਿ ਕਿੱਦਾਂ ਦੇ ਝੂਠ ਦੇ ਪੁਲਿੰਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾ ਰਹੇ ਹੈ, ਲੋਕਾਂ ਨੂੰ ਬਰਗਲਾਇਆ ਜਾ ਰਿਹਾ, ਧੋਖਾ ਕੀਤਾ ਜਾ ਰਿਹਾ ਹੈ। ਇਹ ਇੱਕ ਇੰਡਸਟਰੀ ਦਾ ਕਹਿਣਾ ਹੈ, ਅਸੀਂ ਨਹੀਂ ਕਹਿ ਰਹੇ। ਇੰਡਸਟਰੀ ਜਿਹੜੀ ਕਿ ਅੱਜ ਖੁਦ ਅਵੇਅਰ ਹੋ ਚੁੱਕੀ ਹੈ ਸਰਕਾਰੀ ਹੱਥਕੰਡਿਆਂ ਤੋਂ, ਉਹਨਾਂ ਨੇ ਇੱਦਾਂ ਦੇ ਆਰੋਪ ਲਗਾਏ ਹੈ। ਸੋ ਇੱਕ ਪਾਸੇ ਸ਼ਹਿਰ ਦੇ ਵਿੱਚ ਇਨਵੈਸਟ ਪੰਜਾਬ ਦੇ ਬੋਰਡ ਲੱਗੇ ਹੋਣਾ, ਦੂਜੇ ਪਾਸੇ ਜ਼ਮੀਨੀ ਜਿਹੜੇ ਇੰਡਸਟਰੀਲਿਸਟ ਹੈਗੇ ਹੈ, ਜਿਨ੍ਹਾਂ ਨੂੰ ਡਾਟਾ ਬੈਂਕ ਵੀ ਕਿਹਾ ਜਾਂਦਾ, ਉਹ ਇਹੋ ਜਿਹੇ ਸੱਚਾਈਆਂ ਪੇਸ਼ ਕਰ ਰਹੇ ਹੈ। ਹੁਣ ਜਨਤਾ ਆਪ ਸਮਝਦਾਰ ਹੈ कि किस पे भरोसा करना है। देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।